ਦੁਖੀ ਮਾਂ। ਰਜਨੀ ਦਾ ਪਤੀ ਇੱਕ ਉੱਚ ਅਧਿਕਾਰੀ ਸੀ। ਉਹ ਵਿਆਹ ਤੋਂ 10 ਸਾਲ ਬਾਅਦ ਹੀ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ। ਅਚਾਨਕ ਹਿਰਦੇ ਗਤੀ ਰੁਕਣ ਕਰਕੇ। ਉੱਚ ਅਧਿਕਾਰੀ ਹੋਣ ਦੇ ਨਾਤੇ ਘਰ ਦਾ ਵਾਤਾਵਰਨ, ਰਹਿਣ ਸਹਿਣ ਉੱਚ ਦਰਜੇ ਦਾ ਸੀ। ਰਜਨੀ ਪੜ੍ਹੀ ਲਿਖੀ ਤਾਂ ਸੀ, ਪਰ ਉਸਨੇ ਕੋਈ ਨੌਕਰੀ ਨਹੀਂ ਸੀ ਕੀਤੀ। ਰਜਨੀ ਦਾ 8 ਸਾਲ ਦਾ ਇੱਕ ਲੜਕਾ ਸੀ, ਰਾਜੇਸ਼। ਉਹ ਆਪਣੇ ਪੁੱਤਰ ਦੀ ਸੁੱਖ ਸੁਵਿਧਾ ਲਈ ਤਨ ਮਨ ਧਨ ਤੋਂ ਕੁਰਬਾਨ ਸੀ। ਉਸਨੇ ਇੱਕ ਪ੍ਰਾਈਵੇਟ ਕਾਲਜ ਵਿੱਚ ਨੌਕਰੀ ਕਰ ਲਈ ਸੀ। ਰਾਜੇਸ਼ ਦੀ ਖੁਸ਼ੀ 'ਚ ਹੀ ਉਸਦੀ ਖੁਸ਼ੀ ਸੀ। ਇੱਕ ਮਾਂ ਦੇ ਫਰਜ਼ ਹੀ ਨਹੀਂ ਬਲਕਿ ਬਾਪ ਦੇ ਫਰਜ਼ ਵੀ ਇਮਾਨਦਾਰੀ ਨਾਲ ਨਿਭਾਏ। ਰਾਜੇਸ਼ ਉਸਦੀ ਜ਼ਿੰਦਗੀ ਸੀ ਤੇ ਉਸਦੇ ਸਾਹਾਂ ਦੀ ਜ਼ਰੂਰਤ, ਉਸਦੇ ਮੋਹ ਦੀ ਕੀਮਤ ਅਤੇ ਉਸਦੇ ਨੈਣਾਂ ਦੀ ਜੋਤੀ। ਰਾਜੇਸ਼ ਉੱਚ ਪੜ੍ਹਾਈ ਹਾਸਲ ਕਰਕੇ ਇੱਕ ਉੱਚ ਅਧਿਕਾਰੀ ਅਹੁਦੇ ਦਾ ਫਰਜ਼ ਨਿਭਾ ਰਿਹਾ ਸੀ। ਉਸਨੇ ਆਪਣੇ ਪੁੱਤਰ ਦਾ ਵਿਆਹ ਧੂਮ-ਧਾਮ ਨਾਲ ਆਪਣੀ ਔਕਾਤ ਤੋਂ ਵੱਧ ਖਰਚਿਆਂ ਨਾਲ ਨੇਪਰੇ ਚਾੜ੍ਹਿਆ ਸੀ। ਰਿਸ਼ਤੇਦਾਰਾਂ ਵਿੱਚ ਸ਼ਹਿਰ ਵਿੱਚ ਰਜਨੀ ਦੀ ਕਾਰਗੁਜ਼ਾਰੀ ਪ੍ਰਸ਼ੰਸਾ ਦੇ ਕਾਬਲ ਸੀ। ਰਾਜੇਸ਼ ਦੀ ਪਤਨੀ ਸੁੰਦਰ ਅਤੇ ਸੁਸ਼ੀਲ ਸੀ। ਉਹ ਵੀ ਸਰਕਾਰੀ ਮੁਲਾਜ਼ਮ ਸੀ। ਲਗਭਗ 1 ਸਾਲ ਬਾਅਦ ਰਜਨੀ ਦੇ ਆਂਗਣ ਵਿੱਚ ਪੋਤੇ ਦੀ ਆਮਦ ਨੇ ਖੁਸ਼ੀਆਂ ਦੇ ਬੰਦਰਮਾਰ ਸਜਾ ਦਿੱਤੇ। ਰਜਨੀ ਦੀ ਖੁਸ਼ੀ ਅੰਬਰਾਂ ਦੀ ਕੰਨੀਆਂ ਨਾਲ ਵੰਡੀ ਜਾਪਣ ਲੱਗੀ। ਉਹ ਪਰਮਾਤਮਾ ਦਾ ਸ਼ੁਕਰ ਕਰਦੀ ਸੀ ਕਿ ਉਸਨੂੰ ਦੂਸਰਾ ਜਨਮ ਵੇਖਣ ਦਾ ਮੌਕਾ ਮਿਲਿਆ। ਪੋਤਾ ਪੋਤੀ ਮਨੁੱਖ ਦਾ ਦੂਸਰਾ ਜਨਮ ਹੁੰਦੇ ਹੈ। ਉਸਨੇ ਆਪਣੇ ਪੋਤੇ ਦਾ ਨਾਂ ਰਵੀ ਰੱਖਿਆ। ਰਵੀ ਦਾ ਅਰਥ ਸੂਰਜ ਦੀ ਰੌਸ਼ਨੀ। ਉਸਦੇ ਜੀਵਨ ਵਿੱਚ ਸਵੇਰਾ ਹੀ ਸਵੇਰਾ ਦਸਤਕ ਦੇ ਰਿਹਾ ਸੀ। ਸਮਾਂ ਹਿਰਨ ਵਾਂਗ ਕੁਲਾਚੇ ਭਰਦਾ ਹੋਇਆ ਦੌੜਦਾ ਚਲਾ ਗਿਆ। ਰਜਨੀ ਦਾ ਪੋਤਾ ਲਗਭਗ 10 ਸਾਲਾਂ ਦਾ ਹੋ ਗਿਆ ਸੀ। ਉਹ ਪੋਤਰੇ ਦੀ ਹਰ ਖੁਆਇਸ਼ ਤੋਂ ਕੁਰਬਾਨ ਸੀ। ਜਿਸ ਤਰ੍ਹਾਂ ਸੰਸਾਰ ਵਿੱਚ ਦਾਦੀ ਪੋਤੇ ਦਾ ਮੋਹ ਹੁੰਦਾ ਹੈ, ਉਸ ਤੋਂ ਵੀ ਜ਼ਿਆਦਾ। ਘਰ ਦੇ ਹਰ ਕੰਮ ਵਿੱਚ ਰਜਨੀ ਆਪਣੀ ਹਿੰਮਤ ਨੂੰ ਖੁਸ਼ੀਆਂ ਨਾਲ ਚਰਬ ਦੇ ਕੇ ਦੌੜਦੀ ਫਿਰਦੀ। ਨੂੰਹ ਪੁੱਤ ਦੀ ਇੱਕ ਸੇਵਿਕਾ ਵਾਂਗੂ ਕੰਮ ਕਰਦੀ ਹੋਈ ਵੀ ਖੁਸ਼ੀ ਦੀ ਮੰਜ਼ਿਲ ਵੱਲ ਵੱਧਦੀ ਚਲੀ ਜਾਂਦੀ, ਜਿਵੇਂ ਉਸਦੀ ਇੱਕ ਜੰਨਤ ਹੋਵੇ। ਰਜਨੀ ਸੇਵਾ ਮੁਕਤ ਹੋ ਗਈ ਸੀ। ਉਹ ਬਜ਼ੁਰਗ ਹੋਣ ਦੇ ਬਾਵਜੂਦ ਵੀ ਘਰ ਦੇ ਅਤੇ ਬਾਹਰੀ ਕੰਮਾਂ ਕਾਰਾਂ ਲਈ ਹੱਥ ਵਟਾਉਂਦੀ ਨਾ ਥੱਕਦੀ। ਖੁਸ਼ੀ ਹਿਰਦੇ ਵਿੱਚ ਤਾਂ ਹੋਵੇ ਤਾਂ ਥਕਾਵਟ ਖੰਭ ਲਾ ਕੇ ਉੱਡ ਜਾਂਦੀ ਹੈ। ਉਸਨੇ ਆਪਣੀ ਸੇਵਾ ਮੁਕਤੀ ਦੇ ਮੌਕੇ ਮਿਲੇ ਬਕਾਏ ਦੀ ਰਾਸ਼ੀ ਰਾਜੇਸ਼ ਦੇ ਨਾਂ ਕਰਵਾ ਦਿੱਤੀ। ਹੁਣ ਉਸਨੂੰ ਬਿਮਾਰੀਆਂ ਨੇ ਘੇਰ ਲਿਆ ਸੀ। ਬਲੱਡ ਪ੍ਰੈਸ਼ਰ, ਸ਼ੂਗਰ, ਗੋਡਿਆਂ ਦੀ ਬਿਮਾਰੀ, ਨਜ਼ਰ ਆਦਿ ਕਮਜ਼ੋਰ ਹੋਣਾ। ਹੁਣ ਉਸਨੂੰ ਚੱਲਣਾ ਵੀ ਮੁਸ਼ਕਿਲ ਲੱਗਦਾ। ਆਸਰਾ ਭਾਲ ਕੇ ਹੀ ਚੱਲਦੀ। ਮੰਜੀ ਦਾ ਆਸਰਾ ਹੀ ਉਸਦੀ ਜ਼ਿੰਦਗੀ ਬਣ ਗਿਆ। ਇੱਕ ਦਿਨ ਰਾਜੇਸ਼ ਦੀ ਪਤਨੀ ਬੜੇ ਪਿਆਰ ਤੇ ਹਲੀਮੀ ਨਾਲ ਕਹਿਣ ਲੱਗੀ, ਮੈਂ ਕਿਹਾ ਜੀ, ਮਾਤਾ ਜੀ ਸਾਰਾ ਦਿਨ ਖੋਂ-ਖੋਂ ਕਰਦੇ ਹਨ। ਕਈ ਬਿਮਾਰੀਆਂ ਹਨ। ਰਵੀ ਉਹਨਾਂ ਨਾਲ ਹੀ ਖੇਡਦਾ ਹੈ ਤੇ ਉਹ ਰਵੀ ਨੂੰ ਵਾਰ-ਵਾਰ ਚੁੰਮਦੇ ਹਨ ਤੇ ਇਹ ਠੀਕ ਨਹੀਂ। ਮੇਰਾ ਇਸ਼ਾਰਾ ਤੁਸੀਂ ਸਮਝ ਹੀ ਗਏ ਹੋ। ਅਸੀਂ ਦੋਵੇਂ ਡਿਊਟੀ ਤੇ ਚਲੇ ਜਾਂਦੇ ਹਾਂ। ਰਵੀ ਸਕੂਲ ਚਲਾ ਜਾਂਦਾ ਹੈ। ਥੱਕੇ ਟੁੱਟੇ ਆ ਕੇ ਮਾਤਾ ਜੀ ਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ ਹੈ। ਕਮ ਸੇ ਕਮ ਮੈਂ ਤਾਂ ਨਹੀਂ ਸੰਭਾਲ ਸਕਦੀ। ਬੰਦੇ ਦੇ ਕੁਝ ਆਪਣੇ ਵੀ ਮਨੋਰੰਜਨ ਹੁੰਦੇ ਨੇ। ਅੱਜ ਕੱਲ੍ਹ ਨੌਕਰ ਰੱਖਣੇ ਤਾਂ ਠੀਕ ਨਹੀਂ ਹਨ, ਪੈਸੇ ਬੜੇ ਮੰਗਦੇ ਨੇ। ਮੈਂ ਤਾਂ ਕਹਿੰਦੀ ਹਾਂ ਕਿ ਮਾਤਾ ਜੀ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਈਏ। ਉੱਥੇ ਉਹਨਾਂ ਦੀ ਦੇਖਭਾਲ ਵੀ ਠੀਕ ਹੋ ਜਾਏਗੀ ਤੇ ਆਪਾਂ ਵੀ ਸੁਰਖਰੂ। ਆਇਆ ਗਿਆ ਆਸਾਨੀ ਦੇ ਨਾਲ ਰਹਿ ਸਕਦਾ ਹੈ, ਪਰ ਇੱਥੇ ਦਾ ਜੀਅ ਵੀ ਲੱਗਾ ਰਹੇਗਾ। ਪਰ ਮੇਰੀ ਗੱਲ ਸੁਣ, ਜਿਸ ਨੂੰ ਮਾਂ ਨੇ ਅਨੇਕਾਂ ਦੁੱਖ ਤੇ ਝੱਲ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ, ਹੁਣ ਉਸਨੂੰ ਇਸ ਉਮਰ ਵਿੱਚ ਆਸ਼ਰਮ ਵਿੱਚ ਛੱਡ ਆਈਏ, ਇਹ ਕੋਈ ਚੰਗੀ ਗੱਲ ਨਹੀਂ। ਸਮਾਜ ਕੀ ਕਹੇਗਾ, ਰਿਸ਼ਤੇਦਾਰ ਕੀ ਕਹਿਣਗੇ। ਪੋਤੇ ਨਾਲ ਉਸਦਾ ਬੜਾ ਮੋਹ ਹੈ। ਉਸਦੇ ਬਾਝੋਂ ਤਾਂ ਉਹ ਮਰ ਜਾਏਗੀ। ਉਹ ਤਾਂ ਉਸਦੀ ਜਿੰਦ ਜਾਨ ਹੈ। ਪੋਤੇ ਨਾਲ ਉਸਦਾ ਦਿਨ ਚੜ੍ਹਦਾ ਤੇ ਰਾਤ ਪੈਂਦੀ ਹੈ। ਮਾਂ ਨੂੰ ਉੱਥੇ ਆਸ਼ਰਮ ਵਿੱਚ ਭੇਜਣਾ ਠੀਕ ਨਹੀਂ, ਪਰ ਪਤਨੀ ਨੇ ਇੰਨਾ ਮਜਬੂਰ ਕਰ ਦਿੱਤਾ ਕਿ ਰਾਜੇਸ਼ ਨੂੰ ਸਾਰੇ ਹਥਿਆਰ ਸੁੱਟਣੇ ਪਏ। ਇੱਕ ਦਿਨ ਸ਼ਾਮ ਨੂੰ ਬੈੱਡ ਦੇ ਸਿਰਹਾਣੇ ਦੀ ਢਾਰਸ ਲਾ ਕੇ ਬੈਠੀ ਮਾਂ ਦੇ ਕੋਲ ਜਾ ਬੈਠਾ। ਕਲੇਜੇ ਨੂੰ ਸੀਨੇ ਚੋਂ ਕੱਢ ਕੇ ਹਿੰਮਤ ਦਾ ਅਸਮਾਨ ਬਣਾ ਕੇ ਮਾਂ ਨੂੰ ਕਹਿਣ ਲੱਗਾ, ਮਾਂ ਇੱਕ ਗੱਲ ਕਰਨੀ ਹੈ। ਪੁੱਤ ਦੱਸ, ਕਿਹੜੀ ਗੱਲ ਕਰਨੀ ਹੈ? ਤੇਰੀ ਕਿਹੜੀ ਗੱਲ ਹੈ ਜੋ ਮੈਂ ਅੱਜ ਤੱਕ ਮੋੜੀ ਹੈ? ਮੇਰਾ ਪੁੱਤ ਜਲਦੀ ਦੱਸ, ਕੀ ਗੱਲ ਹੈ? ਮਾਂ ਮੈਂ ਕੀ ਦੱਸਾਂ? ਦੱਸ ਨਾ ਮੇਰਾ ਪੁੱਤ, ਖੁੱਲ੍ਹ ਕੇ ਗੱਲ ਕਰ। ਡਰਦਾ ਕਿਉਂ ਗੱਲ ਕਰ ਰਿਹਾ ਮੇਰਾ ਪੁੱਤ? ਅੱਜ ਤੂੰ ਇਸ ਘਬਰਾਹਟ ਵਿੱਚ ਮੇਰੇ ਨਾਲ ਕਦੀ ਗੱਲ ਨਹੀਂ ਕਰੀ। ਦੱਸ ਮੇਰਾ ਪੁੱਤ, ਖੁੱਲ੍ਹ ਕੇ ਗੱਲ ਕਰ। ਮੈਂ ਤੇਰੀ ਹਰ ਸ਼ਰਤ ਪੂਰੀ ਕਰਾਂਗੀ। ਮੇਰੇ ਸੋਹਣੇ ਲਾਡਲੇ ਪੁੱਤਰ, ਆਖਰ ਗੱਲ ਕੀ ਹੈ ਜਿਸਨੂੰ ਤੂੰ ਇੰਨਾ ਲਮਕਾ ਕੇ ਗੱਲ ਕਰ ਰਿਹਾ ਹੈ? ਉੱਪਰੋਂ ਉਸਦੀ ਪਤਨੀ ਆ ਗਈ। ਉਸਨੇ ਹਿਚਕਿਚਾਹਟ ਦੇ ਖੇਤ ਕੁਤਰਦਿਆਂ ਦਲੇਰੀ ਨਾਲ ਸੰਵਾਦ ਵਾਂਗੂ ਕਿਹਾ, ਮਾਂ ਜੀ, ਦਰਅਸਲ ਗੱਲ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਿਰਧ ਆਸ਼ਰਮ ਵਿੱਚ ਚਲੇ ਜਾਓ। ਉੱਥੇ ਤੁਹਾਡੀ ਦੇਖਭਾਲ ਵੀ ਪੂਰੀ ਹੋਵੇਗੀ। ਖਰਚਾ ਤਾਂ ਅਸੀਂ ਦਿੰਦੇ ਹੀ ਹਾਂ। ਘਰ ਵਿੱਚ ਤੁਹਾਡੀ ਦੇਖਭਾਲ ਕਰਨੀ ਮੁਸ਼ਕਿਲ ਹੁੰਦੀ ਹੈ। ਰਿਸ਼ਤੇਦਾਰਾਂ ਤੇ ਹੋਰ ਯਾਰਾਂ ਦੋਸਤਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਬਿਰਧ ਆਸ਼ਰਮ ਦੀਆਂ ਸੁੱਖ ਸਹੂਲਤਾਂ ਵਿੱਚ ਛੱਡ ਆਈਏ। ਉੱਥੇ ਬਹੁਤ ਜ਼ਿਆਦਾ ਸਹੂਲਤਾਂ ਹਨ। ਤੁਹਾਡਾ ਉੱਥੇ ਵੀ ਜੀਅ ਲੱਗਾ ਰਹੇਗਾ। ਅਸੀਂ ਤੁਹਾਨੂੰ ਉੱਥੇ ਮਿਲਣ ਗਿਲਣ ਆਉਂਦੇ ਹੀ ਰਹਿਣਾ। ਮਾਂ ਨੇ ਹੱਸਦੇ ਹੋਏ ਕਿਹਾ, ਪੁੱਤ ਮੈਂ ਤਿਆਰ ਹਾਂ। ਤੁਸੀਂ ਮੈਨੂੰ ਆਸ਼ਰਮ ਵਿੱਚ ਛੱਡ ਆਇਓ। ਪੁੱਤ ਮੈਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਬਿਲਕੁਲ ਫਿਰ ਠੀਕ ਕਹਿੰਦੇ ਹੋ। ਮਾਂ ਦੀਆਂ ਡਬਡਬਾਉਂਦੀਆਂ ਅੱਖਾਂ 'ਚੋਂ ਜਿਵੇਂ ਧੂੰਆਂ ਨਿਕਲ ਗਿਆ ਹੋਵੇ। ਉਸਨੇ ਚੁਪੇਰੇ ਵੇਖਿਆ, ਨੂੰਹ ਪੁੱਤ ਵੱਲ ਗੌਰ ਨਾਲ, ਫਿਰ ਪੋਤਰੇ ਵੱਲ ਗੌਰ ਨਾਲ ਵੇਖਿਆ ਤੇ ਨਜ਼ਰ ਨੀਵੀਂ ਕਰਕੇ ਖੂਨ ਦੇ ਅੰਜੂ ਕਰਜ਼ੇ ਦੇ ਕਾਸੇ ਵਿੱਚ ਸੁੱਟਦੀ ਚਲੀ ਗਈ ਅਤੇ ਸ਼ਾਇਦ ਆਪਣੇ ਪਤੀ ਦੀ ਯਾਦ ਵਿੱਚ ਜਿਵੇਂ ਉਹ ਉਸਨੂੰ ਆਸ਼ੀਰਵਾਦ ਦੇ ਰਿਹਾ ਹੋਵੇ ਤੇ ਬੋਲ ਰਿਹਾ ਹੋਵੇ ਕਿ
ਹਿੰਮਤ ਤੇ ਸ਼ਕਤੀ ਦੇ ਰਿਹਾ ਹੋਵੇ। ਨੂੰਹ ਅਤੇ ਨੇ ਕਿਹਾ ਕਿ ਅੱਜ ਸ਼ਨੀਵਾਰ ਹੈ ਤੇ ਸੋਮਵਾਰ ਨੂੰ ਅਸੀਂ ਬਿਰਧ ਆਸ਼ਰਮ ਵਿੱਚ ਛੱਡ ਆਵਾਂਗੇ। ਤੁਹਾਡੀ ਤਿਆਰੀ ਵੀ ਕਰ ਦਿੰਦੇ ਹਾਂ। ਰਜਨੀ ਪਤੀ ਨੂੰ ਯਾਦ ਕਰਕੇ ਅੰਦਰੋਂ ਅੰਦਰੀ ਭੁੱਬਾਂ ਮਾਰ ਕੇ ਕਲੇਜੇ ਦੀਆਂ ਅੱਖਾਂ ਥਾਣੀ ਹੋ ਕੇ ਗੁੰਮਸੁੰਮ ਹੋ ਗਈ। ਬੈੱਡ ਤੇ ਪਈ ਇਕੱਲੀ ਰਜਨੀ ਸੋਚ ਰਹੀ ਸੀ ਕਿ ਭਲਾ ਅੱਜ ਜੇ ਨਿੰਦਾ ਹੁੰਦੇ ਤਾਂ ਮੇਰੀ ਵਾਹ ਵੱਲ ਕੋਈ ਨਹੀਂ ਸੀ ਵੇਖ ਸਕਦਾ। ਇਹ ਘਰ ਮੇਰਾ ਹੋਣਾ ਸੀ ਜੋ ਅੱਜ ਮੇਰਾ ਨਹੀਂ ਹੈ। ਮੇਰਾ ਤਾਂ ਕੁਝ ਵੀ ਨਹੀਂ ਹੈ ਹੁਣ ਇੱਥੇ। ਉਹ ਮਨ ਹੀ ਮਨ ਸੋਚਣ ਲੱਗੀ, ਨੂੰਹ ਪੁੱਤ ਤੋਂ ਦੂਰ ਹੋ ਸਕਦੀ ਹਾਂ ਪਰ ਪੋਤੇ ਤੋਂ ਦੂਰ ਹੋਣਾ ਔਖਾ ਹੈ। ਉਹ ਸੋਚਣ ਲੱਗੀ, ਪਰਮਾਤਮਾ ਕਿਹੜੇ ਜਨਮਾਂ ਦਾ ਬਦਲਾ ਲੈ ਰਿਹਾ ਮੈਥੋਂ। ਜਿਉਂਦੇ ਜੀ ਸਭ ਕੁਝ ਖੋਹ ਲਿਆ ਹੈ। ਮਾਂ-ਬਾਪ ਬੱਚਿਆਂ ਨੂੰ ਸੰਸਕਾਰ ਦੇ ਸਕਦੇ ਹਨ, ਪਿਆਰ ਦੇ ਸਕਦੇ ਹਨ, ਸੱਭਿਆਚਾਰ ਦੇ ਸਕਦੇ ਹਨ, ਸ਼ਿਸ਼ਟਾਚਾਰ ਸਿਖਾ ਸਕਦੇ ਹਨ, ਪਰ ਵਿਵਾਹਿਕ ਜ਼ਿੰਦਗੀ ਤਾਂ ਬੱਚੇ ਖੁਦ ਹੀ ਆਪਣੇ ਆਪ ਤੇ ਸਮਾਜ ਤੋਂ ਚੋਗਿਜ਼ੇ ਹੀ ਸਿੱਖ ਸਕਦੇ ਹਨ। ਇੱਥੇ ਮਾਂ-ਬਾਪ ਕੀ ਕਰ ਸਕਦੇ ਹਨ? ਜ਼ਰੂਰੀ ਨਹੀਂ ਕਿ ਵਿਵਾਹਿਕ ਤੌਰ ਤੇ ਪੜ੍ਹੇ ਲਿਖੇ ਤੇ ਵਧੀਆ ਹੀ ਹੋਵਣ। ਉਸਦੇ ਮਨ ਵਿੱਚ ਕਈ ਖਿਆਲ ਆਉਂਦੇ ਤੇ ਅਲੋਪ ਹੋ ਜਾਂਦੇ। ਜ਼ਿੰਦਗੀ ਦੇ ਕੀ ਅਰਥ ਹਨ? ਉਹ ਇਹ ਸੋਚ ਤੋਂ ਬਾਹਰ ਹੋ ਗਈ। ਸੋਮਵਾਰ ਨੂੰ ਮਾਂ ਬਿਰਧ ਆਸ਼ਰਮ ਵਿੱਚ ਛੱਡ ਆਏ। ਪੁੱਤ ਗੁੰਮਸੁੰਮ ਸੀ, ਜਿਵੇਂ ਉਸਦਾ ਕੋਈ ਕੀਮਤੀ ਖਿਡੌਣਾ ਗੁੰਮ ਹੋ ਗਿਆ ਹੋਵੇ। ਉਹ ਕੁਝ ਬੋਲ ਨਹੀਂ ਸੀ ਰਿਹਾ। ਉਸਨੇ ਆਪਣੀ ਮਾਂ ਨੂੰ ਕਿਹਾ, ਦਾਦੀ ਮਾਂ, ਉੱਥੇ ਛੱਡ ਕੇ ਕਿਉਂ ਆਏ ਹੋ? ਮੈਂ ਮਾਂ ਉਸਦੇ ਮੂੰਹ ਤੇ ਇੱਕ ਚਪੇੜ ਜੜ ਦਿੱਤੀ। ਉਸਦਾ ਜਵਾਬ ਮਾਂ ਨੇ ਦਿੱਤਾ ਸੀ। ਰੋ ਰੋ ਕੇ ਉਹ ਚੁੱਪ ਹੋ ਗਿਆ। ਦਾਦੀ ਮਾਂ ਦੇ ਜਾਣ ਨਾਲ ਜਿਵੇਂ ਉਸਦੀ ਦੁਨੀਆ ਹੀ ਲੁੱਟੀ ਗਈ ਹੋਵੇ। ਚਾਰੇ ਪਾਸੇ ਹਨੇਰਾ ਛਾ ਗਿਆ, ਜਿਵੇਂ ਉਸਦੇ ਹੱਥ ਪੈਰ ਸੁੰਨ ਹੋ ਗਏ ਹੋਣ। ਜਿਸਮ ਪੱਥਰ ਬਣ ਗਿਆ ਹੋਵੇ ਤੇ ਉਸਦੀ ਉਦਾਸੀ ਤੇ ਜਿਸਮ ਦਾ ਪੇਸ਼ਾ ਬਣ ਗਈ ਸੀ। ਰਜਨੀ ਬਿਰਧ ਆਸ਼ਰਮ ਵਿੱਚ ਰਹਿਣ ਲੱਗ ਪਈ। ਬਿਰਧ ਆਸ਼ਰਮ ਵਿੱਚ ਸਵੇਰੇ ਸ਼ਾਮ ਮੰਦਿਰ ਵਿੱਚ ਜਾਂਦੀ ਤੇ ਆਪਣੇ ਪੋਤਰੇ ਦੇ ਦਰਸ਼ਨ ਕ੍ਰਿਸ਼ਨ ਭਗਵਾਨ ਵਿੱਚ ਕਰਨ ਲਈ ਕ੍ਰਿਸ਼ਨ ਭਗਵਾਨ ਦੀ ਮੂਰਤੀ ਨੂੰ ਚੁੰਮਦੀ, ਪਿਆਰ ਕਰਦੀ, ਵੇਖ ਵੇਖ ਕੇ ਰੋਂਦੀ, ਘੁੱਟ ਘੁੱਟ ਕੇ ਗਲੇ ਲਾਉਂਦੀ, ਪੂਜਾ ਆਰਤੀ ਉਤਾਰਦੀ ਨਾ ਥੱਕਦੀ, ਆਪਣੀਆਂ ਰੀਝਾਂ ਉਤਾਰਦੀ। ਆਸ਼ਰਮ ਵਿੱਚ ਰਹਿ ਕੇ ਉਸਨੇ ਧਾਰਮਿਕ ਪ੍ਰਵਚਨ ਸ਼ੁਰੂ ਕਰ ਦਿੱਤੇ। ਪੜ੍ਹੀ ਲਿਖੀ ਹੋਣ ਕਰਕੇ ਧਾਰਮਿਕ ਗਿਆਨ ਵੀ ਬਹੁਤ ਜ਼ਿਆਦਾ ਸੀ। ਸਾਰਾ ਆਸ਼ਰਮ ਉਸਦਾ ਸ਼ਰਧਾਲੂ ਬਣ ਗਿਆ। ਧਾਰਮਿਕ ਪ੍ਰਵਚਨ ਉਸਦਾ ਆਸਰਾ ਬਣ ਗਏ। ਕਿਸਮਤ ਨੂੰ ਕੋਸ਼ਣਾ ਛੱਡ ਕੇ ਉਸਨੇ ਹਿੰਮਤ ਅਤੇ ਰੱਬ ਨੂੰ ਹਿਰਦੇ ਵਿੱਚ ਵਸਾ ਲਿਆ ਸੀ। ਸਾਰੇ ਆਸ਼ਰਮ ਨੂੰ ਉਸਨੇ ਜੀਣ ਦੀ ਕਲਾ ਦੱਸ ਦਿੱਤੀ ਸੀ। ਪਤੀ ਦੀ ਯਾਦ ਨੂੰ ਕਲੇਜੇ ਵਿੱਚ ਲੈ ਕੇ ਆਪਣੀ ਮੰਜ਼ਿਲ ਵੱਲ ਵਧਦੀ ਚਲੀ ਗਈ। ਕਦੀ ਕਦਾਈ ਹੀ ਨੂੰਹ ਪੁੱਤ ਤੇ ਪੋਤਰਾ ਮਿਲਣ ਆਉਂਦੇ, ਸਿਰਫ ਇੱਕ ਰਸਮ ਖਾਤਰ। ਦਾਦੀ ਮਾਂ ਪੋਤੇ ਦੀਆਂ ਭਾਵਨਾਵਾਂ ਸਮਝਦੀ ਸੀ, ਪਰ ਉਹ ਚੁੱਪ ਸੀ। ਪੋਤੇ ਤੋਂ ਦੂਰੀ ਬਣਾ ਕੇ ਰੱਖਦੀ ਤੇ ਉਸਦਾ ਮੂੰਹ ਉਦਾਸੀ ਬਣ ਕੇ ਉਸਦੀ ਸਿਹਤ ਤੇ ਪੜ੍ਹਾਈ ਦਾ ਨੁਕਸਾਨ ਨਾ ਕਰ ਦੇਵੇ। ਜਦ ਪੋਤਾ ਚਲੇ ਜਾਂਦਾ ਤਾਂ ਉਹ ਇਕੱਲੀ ਬੈਠ ਕੇ ਰੋਂਦੀ ਰਹਿੰਦੀ। ਫਿਰ ਖੁਦ ਨੂੰ ਹੌਸਲਾ ਦੇ ਕੇ ਫਿਰ ਆਪਣੀ ਸਾਰੀ ਟੁੱਟੀ ਹੋਈ ਹਿੰਮਤ ਨੂੰ ਇਕੱਠਾ ਕਰਕੇ ਇੱਕ ਝੂਠੀ ਤਸੱਲੀ ਵਿੱਚ ਉਤਰ ਜਾਂਦੀ। ਇਸ ਤਰ੍ਹਾਂ ਬਿਰਧ ਆਸ਼ਰਮ ਵਿੱਚ ਕੁਝ ਸਾਲ ਹੀ ਲੰਘੇ ਸਨ ਕਿ ਰਜਨੀ ਸਖਤ ਬਿਮਾਰ ਹੋ ਗਈ। ਰਜਨੀ ਨੇ ਬਿਰਧ ਆਸ਼ਰਮ ਦੇ ਇੰਚਾਰਜ ਨੂੰ ਬੇਨਤੀ ਕਰਦਿਆਂ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹਾਂ, ਉਸਨੂੰ ਬੁਲਾਓ। ਰਜਨੀ ਦੇ ਪੁੱਤਰ ਨੂੰ ਫੋਨ ਤੇ ਸੰਦੇਸ਼ ਦਿੱਤਾ ਗਿਆ, ਰਾਜੇਸ਼, ਤੁਹਾਡੀ ਮਾਂ ਸਖਤ ਬਿਮਾਰ ਹੈ, ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ। ਰਾਜੇਸ਼ ਨੇ ਕਿਹਾ, ਅੱਜ ਬੁੱਧਵਾਰ ਹੈ, ਮੈਂ ਤੇ ਐਤਵਾਰ ਛੁੱਟੀ ਵਾਲੇ ਦਿਨ ਮਿਲਣ ਆਵਾਂਗਾ। ਐਤਵਾਰ ਰਾਜੇਸ਼ ਇਕੱਲਾ ਹੀ ਮਾਂ ਨੂੰ ਮਿਲਣ ਗਿਆ। ਰਾਜੇਸ਼ ਦੀ ਮਾਂ ਨੂੰ ਦੇਖਦੇ ਹੋਏ ਕਿਹਾ, ਮਾਂ ਤੁਸੀਂ ਯਾਦ ਕੀਤਾ, ਸਿਹਤ ਤਾਂ ਠੀਕ ਹੈ ਨਾ? ਹਾਂ ਪੁੱਤ, ਠੀਕ ਠਾਕ ਹਾਂ। ਮਾਂ ਨੇ ਕਿਹਾ, ਪੁੱਤ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ। ਹਾਂ ਹਾਂ ਮਾਂ, ਦੱਸੋ। ਪੁੱਤਰ ਨੇ ਕਿਹਾ, ਪੁੱਤਰ ਇੱਥੇ ਗਰਮੀ ਬਹੁਤ ਹੈ, ਏਸੀ ਲਗਵਾ ਦੇ। ਪੱਖੇ ਦੀ ਹਵਾ ਬਹੁਤ ਗਰਮ ਹੁੰਦੀ ਹੈ। ਇੱਥੇ ਰੋਟੀ ਠੰਡੀ ਮਿਲਦੀ ਹੈ, ਓਵਨ ਲਗਵਾ ਦੇ। ਖਾਣਾ ਠੰਡਾ ਹੋਣ ਕਰਕੇ ਕਈ ਵਾਰ ਮੈਨੂੰ ਭੁੱਖਿਆ ਹੀ ਸੌਣਾ ਪੈਂਦਾ ਹੈ। ਪੁੱਤਰ ਇੱਥੇ ਗਰਮ ਪਾਣੀ ਪੀਣ ਨੂੰ ਮਿਲਦਾ ਹੈ, ਕੋਈ ਛੋਟੀ ਮੋਟੀ ਫਰਿੱਜ ਲਿਆ ਦੇ। ਇੱਥੇ ਬੈੱਡ ਪੁਰਾਣੇ ਹਨ, ਨੀਂਦ ਨਹੀਂ ਆਉਂਦੀ। ਪੁੱਤਰ ਇਹ ਸਭ ਚੀਜ਼ਾਂ ਲਿਆ ਦੇ। ਰਾਜੇਸ਼ ਮਾਂ ਦੀਆਂ ਗੱਲਾਂ ਸੁਣ ਕੇ ਹੈਰਾਨੀ ਅਤੇ ਪਰੇਸ਼ਾਨੀ ਵਿੱਚ ਬਹਿਬਲ ਹੋ ਕੇ ਮਾਂ ਨੂੰ ਕਹਿਣ ਲੱਗਾ, ਮਾਂ ਕਈਆਂ ਸਾਲਾਂ ਤੋਂ ਤਾਂ ਤੂੰ ਇੱਥੇ ਹੀ ਰਹਿ ਰਹੀ ਹੈ, ਤੂੰ ਕਦੀ ਵੀ ਇਹਨਾਂ ਚੀਜ਼ਾਂ ਦੀ ਪਹਿਲਾਂ ਡਿਮਾਂਡ ਨਹੀਂ ਕੀਤੀ, ਪਰ ਹੁਣ ਜਦੋਂ ਕਿ ਤੂੰ ਉਮਰ ਦੀ ਅੰਤਿਮ ਦਿਸ਼ਾ ਵਿੱਚ ਹੈ ਤਾਂ ਤੈਨੂੰ ਹੁਣ ਇਹ ਚੀਜ਼ਾਂ ਦੀ ਲਾਲਸਾ ਕਿਉਂ? ਕੀ ਇਹਦਾ ਖਰਚ ਵਿਅਰਥ ਨਹੀਂ ਹੈ? ਮਾਂ ਨੇ ਕਿਹਾ, ਪੁੱਤਰ ਨਹੀਂ, ਇਹ ਗੱਲ ਨਹੀਂ ਹੈ। ਇੱਥੇ ਬਹੁਤ ਤਕਲੀਫਾਂ ਹਨ। ਮੈਨੂੰ ਤੇਰਾ ਖਿਆਲ ਆਇਆ ਕਿ ਤੇਰੇ ਪੁੱਤਰ ਨੇ ਵੀ, ਤੇਰੇ ਬੱਚਿਆਂ ਨੇ ਵੀ ਕੱਲ੍ਹ ਨੂੰ ਤੈਨੂੰ ਇੱਥੇ ਹੀ ਛੱਡਣ ਆਉਣਾ ਹੈ। ਤੈਨੂੰ ਕੋਈ ਤਕਲੀਫ ਨਾ ਹੋਵੇ ਪੁੱਤਰ, ਇਸ ਲਈ ਮੈਂ ਇਹ ਚੀਜ਼ਾਂ ਮੰਗਵਾ ਰਹੀ ਹਾਂ। ਅਗਰ ਤੁਹਾਨੂੰ ਮੇਰੀ ਸਟੋਰੀ ਚੰਗੀ ਲੱਗੇ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਾ ਬਟਨ ਦਬਾਇਓ।